नौजवान कई बार जोश च होश खो बैठते हैं, कई बार गलतियां हो जांदियां ने। 26 जनवरी वाली घटना का भी जिक्र होया हैगा। ਜਿਵੇਂ 26 ਜਨਵਰੀ ਵਾਲੀ ਘਟਨਾ ਹੋਈ, ਉਹਨਾਂ ਚੀਜ਼ਾਂ ਨੂੰ ਇਹ ਆਪਾਂ ਨੇ ਸਹੀ ਕਰਨ ਦੇ ਲਈ ਇਹ ਜਿਹੜੇ ਕਦਮ ਪੁੱਟੇ ਜਾ ਰਹੇ ਆ। ਨੌਜਵਾਨਾਂ ਦਾ ਯੂਥ ਵਿੰਗ ਤਿਆਰ ਕੀਤਾ ਜਾ ਰਿਹਾ। ਨੌਜਵਾਨਾਂ ਤੇ ਜਿਹੜਾ ਆਪਣੇ ਕਿਸਾਨੀ ਮੋਰਚੇ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੈ, ਉਹਨੂੰ ਆਪਾਂ ਖਤਮ ਕਰ ਸਕਦੇ ਹਾਂ। ਗੈਪ ਕਿਉਂ ਆ ਰਿਹਾ ਕਿ ਨੌਜਵਾਨ ਜਮਾ ਹੀ ਪੁੱਠਾ ਚੱਲਣਾ ਚਾਹੁੰਦੇ, ਜ਼ਿਆਦਾ ਤੱਤੇ ਹੋ ਜਾਂਦੇ ਨੇ, ਕਈ ਵਾਰ ਜੋਸ਼ ਜ਼ਿਆਦਾ ਕਹਿੰਦੇ ਆ ਵੀ ਇੱਕਦਮ ਹੀ ਕਾਰਵਾਈ ਪੈ ਜਾਓ। ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਉਹ ਤਾਂ ਚਾਹੁੰਦੀਆਂ ਹੀ ਇਹੀ ਨੇ। ਉਹਨਾਂ ਦੇ ਤੁਸੀਂ ਬਿਆਨ ਦੇਖ ਲਓ ਤਾਂ ਉਹ ਕਹਿ ਦਿੰਦੇ ਨੇ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਜੂ, ਕਿਉਂਕਿ ਇਹਨਾਂ ਨੇ ਤਾਂ ਜੀ ਪਿੱਛੇ ਹਟ ਜਾਣਾ। ਇਹਨਾਂ ਨੇ ਜ਼ਿੰਮੇਵਾਰੀ ਨਹੀਂ ਚੱਕਣੀ ਹੈਗੀ ਨੌਜਵਾਨਾਂ ਦੀ। ਇਹਨਾਂ ਨੇ ਨਹੀਂ ਕਹਿਣਾ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈ, ਉਹ ਵੀ ਪਹਿਲਾਂ ਸਟੇਜਾਂ ਤੋਂ ਕਹਿੰਦੇ ਰਹੇ ਵੀ ਮੈਂ ਕਿਸਾਨ ਹਮਾਇਤੀਆਂ, ਹਜੇ ਵੀ ਕਹਿੰਦੇ ਆ। ਮੀਟਿੰਗ 'ਚ ਵੀ ਆਏ, ਬਹਿ ਕੇ ਗਏ, ਪਰ ਕਮਿਟਮੈਂਟ ਕੋਈ ਨਹੀਂ ਦੇ ਕੇ ਗਏ, ਹਾਲਾਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ। ਕਿਉਂਕਿ ਜੇ ਉਹ ਕਿਸਾਨਾਂ ਦੇ ਪੁੱਤ ਨੇ ਤਾਂ ਕਿਸਾਨਾਂ ਦੇ ਨਾਲ ਖੜਨ, ਕਿਸਾਨ ਮੋਰਚੇ ਦੀ ਹਮਾਇਤ ਕਰਨ ਤੇ ਉੱਥੇ ਫੈਸਲਾ ਦੇ ਕੇ ਜਾਂਦੇ। ਇੱਕ ਹਲਕੇ ਦੇ ਵਿੱਚ ਕਦੇ ਐਮਐਲਏ ਕੋਈ ਬਣਦਾ, ਕਦੇ ਕੋਈ ਬਣਦਾ। ਅਸੀਂ ਤਾਂ ਪਿੰਡਾਂ ਦੇ ਵਿੱਚ ਆਪਸ 'ਚ ਰਹਿਣਾ ਨਾ ਜੀ, ਤੇ ਇਹਨਾਂ ਦਾ ਕੀ ਚਲੇ ਜਾਣਾ। ਜਾਨੀ ਨੁਕਸਾਨ ਤਾਂ ਸਾਡਾ ਹੁੰਦਾ ਨਾ। ਪਿਛਲੇ 5 ਸਾਲਾਂ ਦੇ ਵਿੱਚ ਤਾਂ ਇਹ ਪਿੰਡਾਂ ਦੇ ਵਿੱਚ ਦਿਖਦੇ ਨਹੀਂ। ਜਿਹੜਾ ਹੁਣ 4 ਮਹੀਨੇ ਨੇ ਤੇ ਇੱਥੇ ਆ ਕੇ ਇਹ ਗਾਹ ਪਾ ਦਿੰਦੇ ਨੇ ਤੇ ਸਾਡਾ ਆਪਸੀ ਜਿੰਨਾ ਵੀ ਭਾਈਚਾਰਾ ਹੁੰਦਾ ਉਹਨੂੰ ਸਾਰਿਆਂ ਨੂੰ ਖਰਾਬ ਕਰਦੇ ਨੇ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਆਏ ਨੇ। ਇੱਥੇ ਨੌਜਵਾਨਾਂ ਨਾਲ ਮੀਟਿੰਗ ਕਰ ਰਹੇ ਨੇ, ਉਹਨਾਂ ਨੂੰ ਸਮਝਾ ਰਹੇ ਨੇ ਅੰਦੋਲਨ ਬਾਰੇ ਤੇ ਨਾਲ ਦੀ ਨਾਲ ਜਿਹੜੇ ਲਾਅ ਬਣੇ ਨੇ 3 ਖੇਤੀ ਨੂੰ ਉਹਨਾਂ ਬਾਰੇ। ਉਹੀ ਜਿਹੜੇ ਨੌਜਵਾਨ ਇਸ ਮੀਟਿੰਗ ਸ਼ਾਮਿਲ ਹੋਣ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦੀ ਰਾਏ ਕੀ ਹੈ ਮੋਰਚੇ ਬਾਰੇ ਤੇ ਹੋਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ। ਪਹਿਲਾਂ ਤਾਂ ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੁਰਜੋਤ ਸਿੰਘ ਹੈ ਜੀ, ਪਿੰਡ ਰੈਲੀ ਹੈ ਜੀ, ਫਤਿਹਗੜ੍ਹ ਸਾਹਿਬ ਤੋਂ ਜੀ। ਤੇ ਅੱਜ ਜਗਜੀਤ ਸਿੰਘ ਜੀ ਡੱਲੇਵਾਲ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ, ਜਿਹੜੇ ਉਹਨਾਂ ਨੇ ਨੌਜਵਾਨਾਂ ਦਾ ਜਿਹੜਾ ਇੱਕ ਇੱਥੇ ਆਪਣਾ ਸੱਦਾ ਦਿੱਤਾ ਮੀਟਿੰਗ ਲਈ, ਤਾਂ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਜਿੰਨੇ ਵੀ ਨੌਜਵਾਨਾਂ ਦੇ ਵਿੱਚ ਅੱਜ ਕੱਲ੍ਹ, ਕਿਉਂਕਿ ਸੋਸ਼ਲ ਮੀਡੀਆ ਤੇ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਸਹੀ ਰੂਪ ਦੇ ਵਿੱਚ ਆਪਣੇ ਤੱਕ ਨੌਜਵਾਨਾਂ ਤੱਕ ਨਹੀਂ ਪਹੁੰਚਦੀਆਂ, ਕਿਉਂਕਿ ਨੌਜਵਾਨ ਵਰਗ ਜਿਹੜਾ ਉਹ ਬਹੁਤ ਛੇਤੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜੋਸ਼ ਬਹੁਤ ਹੁੰਦਾ, ਬਹੁਤ ਛੇਤੀ ਐਕਸ਼ਨ ਲੈ ਲੈਂਦਾ। ਤਾਂ ਇਹੀ ਗੱਲ ਕਹਿਣਾ ਚਾਹ ਰਿਹਾ ਵੀ ਜੋ ਕਰਨਾਲ ਵੀ ਮਹਾਪੰਚਾਇਤ ਹੋਈ, ਉਦੋਂ ਜਦੋਂ ਤੁਰੇ ਸਾਰੇ ਘਿਰਾਓ ਕਰਨ ਵਾਸਤੇ, ਅੱਜ ਵੀ ਜਦੋਂ ਮੀਟਿੰਗ ਹੋਈ ਓਪਨਿੰਗ, ਜਿਹੜਾ ਬੁਲਾਰਾ ਬੋਲ ਰਿਹਾ ਸੀ ਉਹ ਵੀ ਇਹ ਕਹਿ ਰਿਹਾ ਸੀਗਾ ਵੀ ਨੌਜਵਾਨ ਕਈ ਵਾਰ ਜੋਸ਼ 'ਚ ਹੋਸ਼ ਖੋ ਬੈਠਦੇ ਨੇ, ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ। 26 ਜਨਵਰੀ ਵਾਲੀ ਘਟਨਾ ਦਾ ਵੀ ਜ਼ਿਕਰ ਹੋਇਆ ਹੈਗਾ। ਤੁਹਾਡਾ ਕੀ ਕਹਿਣਾ ਸਾਰੀ ਚੀਜ਼ ਉੱਤੇ? ਦੇਖੋ ਜੀ, ਉਹੀ ਚੀਜ਼ਾਂ ਹੁੰਦੀਆਂ ਨੇ ਨਾ, ਕਿਉਂਕਿ ਅੱਜ ਆਪਣੇ ਸਭ ਨੂੰ ਪਤਾ ਹੈ ਕਿ ਜਿਹੜੇ ਨੌਜਵਾਨ ਹੈ ਉਹਦੇ ਵਿੱਚ ਜੋਸ਼ ਬਹੁਤ ਹੁੰਦਾ। ਉਹ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਇੱਕ ਵਿਚਾਰਧਾਰਾ ਜਿਹੜੀ ਉਹ ਇੱਕ ਸਹੀ ਤਰੀਕੇ ਨਾਲ ਉਹਨਾਂ ਦੇ ਤੱਕ, ਨੌਜਵਾਨਾਂ ਤੱਕ ਪਹੁੰਚਾਉਣਾ ਉਹ ਬਹੁਤ ਜ਼ਰੂਰੀ ਹੁੰਦਾ। ਤੇ ਉਹੀ ਚੀਜ਼ਾਂ ਮਹਾਪੰਚਾਇਤ 'ਚ ਵੀ ਕਹੀਆਂ ਗਈਆਂ ਨੇ ਹਨਾ, ਤੇ ਨੌਜਵਾਨਾਂ ਤੱਕ ਸੰਦੇਸ਼ ਇਹੀ ਪਹੁੰਚਾਇਆ ਗਿਆ ਕਿ ਆਪਾਂ ਨੇ ਜਾਬਤੇ 'ਚ ਰਹਿ ਕੇ ਇੱਕ ਸੰਵਿਧਾਨ ਦੇ ਤਰੀਕੇ ਨਾਲ ਚੱਲ ਕੇ ਆਪਣਾ ਜਿਹੜਾ ਐਕਸ਼ਨ ਉਹ ਪੂਰਾ ਕਰਨਾ ਹਨਾ। ਤੇ ਜਿਹੜਾ ਹੁਣ ਵੀ ਕਾਨੂੰਨਾਂ ਦੇ ਖਿਲਾਫ ਆਪਾਂ ਜੋ ਵੀ ਐਕਸ਼ਨ ਆਪਾਂ ਨੂੰ ਕਿਸਾਨ ਮੋਰਚਾ ਦਿੰਦਾ ਹੈ, ਤਾਂ ਆਪਾਂ ਉਹਦੇ ਉੱਪਰ ਜਿਹੜਾ ਇੱਕ ਜਾਬਤੇ 'ਚ ਰਹਿ ਕੇ ਚੱਲਣਾ। ਉਹੀ ਉਹਦੇ ਮਸਲੇ ਦੇ ਵਿੱਚ ਅੱਜ ਇਹਨਾਂ ਨੇ, ਪ੍ਰਧਾਨ ਜੀ ਨੇ ਆਪਣੀ ਮੀਟਿੰਗ ਰੱਖੀ ਸੀਗੀ ਕਿ ਆਪਾਂ ਜਿਹੜਾ ਨੌਜਵਾਨਾਂ ਨਾਲ ਜਿਹੜਾ ਇੱਕ ਸਹੀ ਤਰੀਕੇ ਨਾਲ ਤਾਲਮੇਲ ਹੋ ਸਕੇ ਆਪਣਾ ਜਥੇਬੰਦੀ ਦਾ ਤੇ ਕਿਸਾਨ ਮੋਰਚੇ ਦਾ, ਤਾਂ ਕਿ ਜਿਹੜੇ ਉੱਥੋਂ ਜੋ ਵੀ ਫੈਸਲੇ ਲਏ ਜਾਂਦੇ ਆ, ਕੋਈ ਵੀ ਜਿਹੜਾ ਉੱਥੇ ਆਪਣੇ ਸਟੇਟਮੈਂਟ ਦਿੱਤੀ ਜਾਂਦੀ ਉਹ ਨੌਜਵਾਨਾਂ ਤੱਕ ਸਹੀ ਰੂਪ ਦੇ ਵਿੱਚ ਦਿੱਤੀ ਜਾਵੇ। ਕੋਈ ਵੀ ਵਿੱਚ ਉਹਦੇ ਵਿੱਚ ਅਫਵਾਹ ਨਾ ਹੋਵੇ ਜਿਹਦੇ ਨਾਲ ਨੌਜਵਾਨ ਕੋਈ ਗਲਤ ਕਦਮ ਚੁੱਕ ਲੈਣ ਹਨਾ। ਉਹ ਜਿਵੇਂ 26 ਜਨਵਰੀ ਵਾਲੀ ਘਟਨਾ ਹੋਈ, ਉਹਨਾਂ ਚੀਜ਼ਾਂ ਨੂੰ ਇਹ ਆਪਾਂ ਨੇ ਸਹੀ ਕਰਨ ਦੇ ਲਈ ਇਹ ਜਿਹੜੇ ਕਦਮ ਪੁੱਟੇ ਜਾ ਰਹੇ ਆ। ਨੌਜਵਾਨਾਂ ਦਾ ਯੂਥ ਵਿੰਗ ਤਿਆਰ ਕੀਤਾ ਜਾ ਰਿਹਾ। ਹੋਰ ਵੀ ਕਈ ਆਪਣੇ ਕਦਮ ਪੁੱਟੇ ਜਾ ਰਹੇ ਆ ਜਿਹਦੇ ਨਾਲ ਨੌਜਵਾਨਾਂ ਤੇ ਜਿਹੜਾ ਆਪਣੇ ਕਿਸਾਨੀ ਮੋਰਚੇ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੈ ਉਹਨੂੰ ਆਪਾਂ ਖਤਮ ਕਰ ਸਕਦੇ ਹਾਂ। ਇਹ ਕਮਿਊਨੀਕੇਸ਼ਨ ਗੈਪ ਤੁਹਾਨੂੰ ਕੀ ਲੱਗਦਾ, ਇਹਦਾ ਕਾਰਨ ਕੀ ਹੈ? ਗੈਪ ਕਿਉਂ ਆ ਰਿਹਾ ਕਿ ਨੌਜਵਾਨ ਜਮਾ ਹੀ ਪੁੱਠਾ ਚੱਲਣਾ ਚਾਹੁੰਦੇ, ਜ਼ਿਆਦਾ ਤੱਤੇ ਹੋ ਜਾਂਦੇ ਨੇ, ਕਈ ਵਾਰ ਜੋਸ਼ ਜ਼ਿਆਦਾ ਕਹਿੰਦੇ ਆ ਵੀ ਇੱਕਦਮ ਹੀ ਕਾਰਵਾਈ ਪੈ ਜਾਓ। ਇਸ ਗੱਲ ਦਾ ਇਹ ਗੱਲ ਹੈ। ਇਹਦੇ ਵਿੱਚ ਦੇਖੋ ਜੀ, ਕਈ ਚੀਜ਼ਾਂ ਆ ਜਾਂਦੀਆਂ ਨੇ, ਜਿਵੇਂ ਕਿ ਹੁਣ ਆਪਾਂ ਗੋਦੀ ਮੀਡੀਆ ਕਹਿ ਸਕਦੇ ਹਾਂ ਹਨਾ, ਜਿਹੜੇ ਕਿ ਕਈ ਗਲਤ ਐਸੀਆਂ ਖਬਰਾਂ ਚਲਾ ਦਿੰਦੇ ਨੇ। ਆਪਣੇ ਜਿਹੜਾ ਨੌਜਵਾਨ ਹੈ ਉਹ ਥੋੜਾ ਜਿਹਾ ਗਰਮ ਹੋ ਜਾਂਦਾ ਹੈ ਨਾ, ਦੇਖ ਕੇ ਵੀ ਯਾਰ ਸਾਡੇ ਬਾਰੇ ਕੀ ਅੱਤਵਾਦੀ ਸਾਨੂੰ ਕਿਹਾ ਜਾਂਦਾ, ਕਦੇ ਕੁਝ ਕਿਹਾ ਜਾਂਦਾ ਹੈ ਨਾ। ਤਾਂ ਕਈ ਵਾਰ ਤੱਤੇ ਭਾਸ਼ਣ ਜਿਹੜੇ ਆ ਆਪਾਂ ਨੂੰ, ਮੈਨੂੰ ਲੱਗਦਾ ਉਹਨਾਂ ਤੇ ਵੀ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ ਕਿ ਆਪਾਂ ਜਾਬਤੇ 'ਚ ਰਹਿਣ ਬਾਰੇ ਸਭ ਨੂੰ ਸਲਾਹ ਦਈਏ ਤੇ ਜਾਬਤੇ 'ਚ ਰਹਿ ਕੇ ਹੀ ਸਾਰੇ ਆਪਣੇ ਐਕਸ਼ਨ ਪੂਰੇ ਕਰੀਏ ਜੀ। ਮੋਰਚਾ ਕਿਵੇਂ ਚੱਲ ਰਿਹਾ? ਲੀਡਰਸ਼ਿਪ ਠੀਕ ਕੰਮ ਕਰ ਰਹੀ ਹੈ ਤੁਹਾਡੇ ਹਿਸਾਬ ਨਾਲ? ਤੁਸੀਂ ਕੀ ਚਾਹੁੰਦੇ ਹੋ ਵੀ ਲੀਡਰਸ਼ਿਪ ਨੂੰ ਕਿਹੜੇ ਕਦਮ ਚੱਕਣੇ ਚਾਹੀਦੇ ਆ ਹੁਣ, ਕਿਉਂਕਿ 9 ਮਹੀਨਿਆਂ ਤੋਂ ਉੱਤੇ ਹੋ ਗਏ ਨੇ? ਆਮ ਲੋਕਾਂ ਦੀ ਰਾਏ ਹੁੰਦੀ ਹੈ, ਤੁਸੀਂ ਨੌਜਵਾਨ ਨੂੰ ਮੀਟਿੰਗ ਅਟੈਂਡ ਕਰ ਰਹੇ, ਤੁਹਾਨੂੰ ਕੀ ਲੱਗਦਾ ਕੀ ਹੋਰ ਕਰਨਾ ਚਾਹੀਦਾ ਲੀਡਰਸ਼ਿਪ ਨੂੰ? ਦੇਖੋ ਜੀ, ਲੀਡਰਸ਼ਿਪ ਬਹੁਤ ਵਧੀਆ ਕੰਮ ਕਰ ਰਹੀ ਆ ਆਪਣੇ ਤੌਰ ਤੇ, ਕਿਉਂਕਿ ਦੇਖੋ ਜੀ ਇਹ ਮੋਰਚਾ ਕੋਈ ਆਪਣੇ ਐਂ ਤਾਂ ਹੈ ਨਹੀਂ ਜੀ ਆਪਾਂ DC ਦੇ ਧਰਨਾ ਲਾਇਆ ਹੋਇਆ। ਇਹ ਮੋਰਚਾ ਇੱਕ ਪੂਰੇ ਦੇਸ਼ ਦਾ ਮੋਰਚਾ ਹੈ, ਪੂਰੇ ਭਾਰਤ ਦਾ ਮੋਰਚਾ। ਤਾਂ ਉੱਥੇ ਜਿਹੜੇ ਫੈਸਲੇ ਲਏ ਜਾਣੇ ਹੁੰਦੇ ਆ ਉਹ ਬਹੁਤ ਹੀ ਸੋਚ ਸਮਝ ਕੇ ਵਿਚਾਰ ਕੇ ਲੈਣੇ ਪੈਂਦੇ ਆ।
ਕਿ ਕੱਲ੍ਹ ਨੂੰ ਕਿਤੇ ਕੋਈ ਇਹੋ ਜਿਹੀ ਜਿੱਕਣ 26 ਜਨਵਰੀ ਦਾ ਆਪਣੇ ਤੇ ਬਹੁਤ ਵੱਡਾ ਧੱਬਾ ਇੱਕ ਤਰ੍ਹਾਂ ਨਾਲ ਲੱਗ ਚੁੱਕਿਆ ਸੀਗਾ, ਉਸ ਚੀਜ਼ ਨੂੰ ਕੰਟਰੋਲ ਕਰਿਆ ਕਿਸਾਨ ਮੋਰਚੇ ਦੀ ਜਥੇਬੰਦੀਆਂ ਦੀ ਟੀਮ ਨੇ। ਤਾਂ ਅੱਗੇ ਵੀ ਇਹੀ ਉਹਨਾਂ ਨੇ ਕਦਮ ਜਿਹੜੇ ਪੁੱਟੇ ਜਾ ਰਹੇ ਆ, ਨੌਜਵਾਨਾਂ ਨਾਲ ਮਹਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਨੌਜਵਾਨਾਂ ਨਾਲ ਮੀਟਿੰਗਾਂ ਰੱਖੀਆਂ ਜਾ ਰਹੀਆਂ ਨੇ, ਨੌਜਵਾਨਾਂ ਦੀ ਵਿਚਾਰਧਾਰਾ ਲਈ ਜਾ ਰਹੀ ਹੈ ਕਿ ਕੀ ਚਾਹੁੰਦੇ ਨੇ ਨੌਜਵਾਨ। ਨੌਜਵਾਨਾਂ ਦੇ ਮਨ ਦੇ ਬਲਬਲੇ ਆ ਜਿਹੜੇ ਨੌਜਵਾਨਾਂ ਦੇ ਮਨਾਂ 'ਚ ਸਵਾਲ ਨੇ, ਜਿਵੇਂ ਕਿ ਸਿਆਸੀ ਪਾਰਟੀਆਂ ਦਾ ਘਰਾਓ ਹੋ ਰਿਹਾ। ਹੁਣ ਮੀਟਿੰਗ ਵੀ ਹੋ ਕੇ ਹਟੀ ਆ ਹਨਾ ਕਿ ਸਿਆਸੀ ਰੈਲੀਆਂ ਤੇ ਰੋਕ ਲਗਾਈ ਗਈ ਆ। ਤਾਂ ਜਿਹੜਾ ਨੌਜਵਾਨਾਂ ਨੂੰ ਆਪਣਾ ਮੀਟਿੰਗ ਰੱਖਣ ਦਾ ਇਹੀ ਸੀਗਾ ਪਰਪਸ ਕਿ ਆਪਾਂ ਜਿਹੜੀਆਂ ਸਿਆਸੀ ਰੈਲੀਆਂ ਦਾ ਵਿਰੋਧ ਕਰਨਾ ਜਾਂ ਨਹੀਂ ਕਰਨਾ, ਸਿਆਸੀ ਰੈਲੀਆਂ ਸਿਆਸੀ ਪਾਰਟੀਆਂ ਦਾ ਕਿਵੇਂ ਆਪਾਂ ਉਹਨਾਂ ਦੇ ਨਾਲ। ਕੀ ਲੱਗਦਾ ਵੀ ਉਹਨਾਂ ਨੂੰ ਮਨਾ ਕੀਤਾ ਗਿਆ, ਅਪੀਲ ਕੀਤੀ ਗਈ ਹੈ ਵੀ ਨਾ ਕਰੋ ਰੈਲੀਆਂ, ਤੁਸੀਂ ਇਸ ਤੇ ਕੀ ਕਹਿਣਾ? ਤੁਹਾਨੂੰ ਲੱਗਦਾ ਵੀ ਸਹੀ ਗੱਲਾਂ ਕਹੀਆਂ ਗਈਆਂ ਵੀ ਰਵਾਇਤੀ ਪਾਰਟੀਆਂ ਜਿਹੜੇ ਦੋ ਨੇ ਉਹਨਾਂ ਕਮਿਟਮੈਂਟ ਕੋਈ ਨਹੀਂ ਦਿੱਤੀ, ਆ ਕੇ ਮਿਲ ਕੇ ਜ਼ਰੂਰ ਗਏ ਨੇ ਪਰ ਕੋਈ ਹਾਮੀ ਨਹੀਂ ਭਰੀ ਵੀ ਅਸੀਂ ਨਹੀਂ ਕਰਾਂਗੇ? ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ, ਕੀ ਕਰਨਾ ਚਾਹੀਦਾ? ਦੇਖੋ ਜਿਹੜਾ ਮੋਗੇ ਦੇ ਵਿੱਚ ਹੋਇਆ ਹਨਾ, ਆਪਾਂ ਨੇ ਸਭ ਨੇ ਦੇਖਿਆ ਤੇ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ, ਕਿਉਂਕਿ ਦੇਖੋ ਜੀ ਆਪਾਂ 60 ਸਾਲ ਤੋਂ ਇਹਨਾਂ ਰਵਾਇਤੀ ਪਾਰਟੀਆਂ ਦੇ ਪਿੱਛੇ ਲੱਗੇ ਹੋਏ ਆ, ਨੌਜਵਾਨ ਵੀ ਬਜ਼ੁਰਗ ਵੀ ਸਾਰੇ ਹਨਾ। ਆਪਾਂ ਨੇ ਕੀ ਖੱਟ ਲਿਆ ਇਸ ਚੀਜ਼ ਦੇ ਵਿੱਚ? ਆਪਾਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ, ਅਸੀਂ ਕਿਸੇ ਪਾਰਟੀ ਨੂੰ ਉਹ ਨਹੀਂ ਕਰਦੇ, ਪਰ ਜਦੋਂ ਤੱਕ ਜਿਵੇਂ ਕਿ ਕਿਸਾਨ ਮੋਰਚੇ ਨੇ ਵੀ ਗੱਲ ਕਹੀ ਹੈ ਕਿ ਜਦੋਂ ਤੱਕ ਇਲੈਕਸ਼ਨ ਦਾ ਅਨਾਉਂਸਮੈਂਟ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਰੋਕ ਦਿਓ, ਕਿਉਂਕਿ ਇਸ ਚੀਜ਼ ਨਾਲ ਸੰਨ ਬਹੁਤ ਲੱਗਦੀ ਹੈ ਮੋਰਚੇ ਨੂੰ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਕਿ ਇੱਧਰ ਨੂੰ ਇਹ ਪਾਰਟੀਆਂ ਜਿਹੜੀਆਂ ਨੌਜਵਾਨਾਂ ਨੂੰ ਵੀ ਖਿੱਚ ਰਹੀਆਂ ਨੇ ਹਨਾ, ਵਰਗਲਾ ਰਹੀਆਂ ਨੇ, ਉਹਨਾਂ ਦੇ ਮਨਾਂ 'ਚ ਗੱਲਾਂ ਹੋਰ ਪਾ ਰਹੀਆਂ ਨੇ। ਆਪਾਂ ਉਹਨਾਂ ਚੀਜ਼ਾਂ ਤੋਂ ਰੋਕ ਕੇ ਸਿਰਫ ਇੱਕ ਨਿਸ਼ਾਨਾ ਮਿੱਥ ਕੇ ਸਿਰਫ ਮੋਰਚੇ ਵੱਲ ਫੋਕਸ ਕਰਨਾ, ਉਹ ਚੀਜ਼ ਕਰਕੇ ਇਹ ਕਰੀ ਗਈ ਆ। ਤੇ ਅਸੀਂ ਨੌਜਵਾਨਾਂ ਵੱਲੋਂ ਪੂਰੀ ਹਮਾਇਤ ਦਿੰਦੇ ਆ ਇਸ ਚੀਜ਼ ਦੀ, ਜਿਹੜਾ ਵੀ ਕਿਸਾਨ ਮੋਰਚੇ ਨੇ ਫੈਸਲਾ ਲਿਆ ਜੀ। ਚਰਚਾਵਾਂ ਇਹ ਵੀ ਆ ਰਹੀਆਂ ਵੀ ਹਰ ਕੋਈ ਇਸ ਗੱਲ ਨਾਲ ਸਹਿਮਤ ਨਹੀਂ ਵੀ ਰੈਲੀਆਂ ਤੇ ਰੋਕ ਲੱਗਣੀ ਚਾਹੀਦੀ ਹੈ। ਲੋਕ ਕਹਿੰਦੇ ਵੀ ਇਲੈਕਸ਼ਨ ਹੋਣੀ ਹੈ, ਸਾਡੇ ਕੋਲ ਮੌਕਾ ਹੀ ਹੈਗਾ ਸਵਾਲ ਕਰਨ ਦਾ ਲੋਕਾਂ ਨੂੰ ਜਾਂ ਸਿਆਸੀ ਲੀਡਰਾਂ ਨੂੰ, ਫਿਰ ਬਾਅਦ 'ਚ ਤਾਂ ਸਵਾਲ ਹੋ ਨਹੀਂ ਸਕਦੇ ਹੈ ਕਿ ਦੇਖੋ ਜੀ ਖਾਸ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਕਰਨ ਦਾ ਇਹ ਫੈਸਲਾ। ਦੇਖੋ ਜੀ ਇਹ ਗੱਲ ਐ ਆ ਵੀ ਇਹ ਦੋ ਤਰੀਕੇ ਨਾਲ ਆਪਾਂ ਨੇ ਇਹ ਵਿਚਾਰਧਾਰਾ ਦੇਖਣੀ ਹੈ। ਇੱਕ ਤਾਂ ਹੈਗੀ ਹੈ ਕਿ ਜਿਵੇਂ ਕਿ ਮੋਗੇ ਦੇ ਵਿੱਚ ਹੋਇਆ, ਕਿਉਂਕਿ ਇਕੱਠ ਬਹੁਤ ਭਾਰੀ ਹੋ ਜਾਂਦਾ, ਸਵਾਲ ਕਰਨੇ ਹੁੰਦੇ ਆ ਤਾਂ ਆਪਾਂ ਇਹ ਸੋਚਦੇ ਹੁੰਦੇ ਆ ਕਿ ਇਕੱਠ ਨਾ ਬਹੁਤਾ ਕਰੀਏ, ਆਪਾਂ ਮੇਨ ਬੰਦੇ ਜਾ ਕੇ ਆਪਾਂ ਸਵਾਲ ਕਰ ਸਕਦੇ ਆ। 3-4 ਬੰਦੇ ਹੋ ਕੇ ਅੱਗੇ ਮੋਹਰੀ ਹੋ ਕੇ ਜਿਨ੍ਹਾਂ ਨੂੰ ਪਤਾ ਨੌਲੇਜ ਹੈ ਇਹਨਾਂ ਚੀਜ਼ਾਂ ਬਾਰੇ, ਉਹ ਸਵਾਲ ਕਰਨ। ਪਰ ਜਦੋਂ ਇੱਕ ਭੀੜ ਹੋ ਜਾਂਦੀ ਹੈ, ਸਮਝ ਲਓ ਆਪਣੇ ਕਿਸਾਨਾਂ ਦਾ ਜੋ ਇਕੱਠ ਹੋ ਜਾਂਦਾ ਉਹਦੇ ਵਿੱਚ ਥੋੜਾ ਜਿਹਾ ਗਰਮਜੋਸ਼ੀ ਹੋ ਜਾਂਦੀ ਆ, ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਉਹ ਤਾਂ ਚਾਹੁੰਦੀਆਂ ਹੀ ਇਹੀ ਨੇ। ਉਹਨਾਂ ਦੇ ਤੁਸੀਂ ਬਿਆਨ ਦੇਖ ਲਓ ਤਾਂ ਉਹ ਕਹਿ ਦਿੰਦੇ ਨੇ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਜਾਊਗਾ। ਸੋ ਕਈ ਗੱਲਾਂ ਹੋ ਜਾਂਦੀਆਂ ਨੇ, ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਇਹ ਚੀਜ਼ਾਂ ਕੀਤੀਆਂ ਗਈਆਂ ਨੇ, ਆਪਣੇ ਭਲੇ ਲਈ ਕੀਤੀਆਂ ਗਈਆਂ ਨੇ। ਕਿਤੇ ਕੱਲ ਨੂੰ ਆਪਣੇ ਤੇ, ਕਿਉਂਕਿ ਇਹਨਾਂ ਨੇ ਤਾਂ ਜੀ ਪਿੱਛੇ ਹਟ ਜਾਣਾ, ਇਹਨਾਂ ਨੇ ਜ਼ਿੰਮੇਵਾਰੀ ਨਹੀਂ ਚੱਕਣੀ ਹੈਗੀ ਨੌਜਵਾਨਾਂ ਦੀ, ਇਹਨਾਂ ਨੇ ਨਹੀਂ ਕਹਿਣਾ। ਕਿਉਂਕਿ ਦੇਖੋ ਤੁਸੀਂ ਸੁਖਬੀਰ ਬਾਦਲ ਸਿੰਘ ਜੀ ਨੇ ਜਾਂ ਹੋਰ ਵੀ ਨੇ, ਕਈਆਂ ਦੇ ਬਿਆਨ ਆ ਜਾਂਦੇ ਨੇ ਆਪਣੇ, ਜੋ ਵੀ ਇਹ ਬਿਆਨ ਦਿੰਦੇ ਨੇ, ਅਸੀਂ ਕਿਸੇ ਪਾਰਟੀ ਦੇ ਖਿਲਾਫ ਨਹੀਂ, ਅਸੀਂ ਸਿਰਫ ਕਿਸਾਨ ਮੋਰਚੇ ਦੀ ਹਮਾਇਤ ਕਰਕੇ ਇਹ ਸਭ ਗੱਲਾਂ ਕਰ ਰਹੇ ਹਾਂ। ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਹੁੰਦੀ ਹੈ ਤੁਸੀਂ ਰੈਲੀਆਂ ਕਰੋ, ਅਸੀਂ ਰੋਕਦੇ ਨਹੀਂ ਹੈਗੇ, ਪਰ ਉਦੋਂ ਤੱਕ ਸਾਨੂੰ ਸਿਰਫ ਕਿਸਾਨ ਮੋਰਚੇ ਵੱਲ ਫੋਕਸ ਕਰਨਾ ਚਾਹੀਦਾ ਜੀ। ਇੱਕ ਗੱਲ ਇਹ ਵੀ ਕਿਤੇ ਨਾ ਕਿਤੇ ਇੰਪ੍ਰੈਸ਼ਨ ਜਾਂਦਾ ਆ, ਦੇਖਣ ਨੂੰ ਮਿਲਦੀ ਆ ਵੀ ਇੱਕ ਸੁਰ ਨਹੀਂ ਲੱਗਦੇ। ਹਰ ਕੋਈ ਲੀਡਰ, ਇਲੈਕਸ਼ਨ ਵੀ ਆ ਰਹੀ ਹੈ, ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਆਪਣਾ ਤੁਤੀ ਬੁਲਾ ਰਹੇ ਨੇ ਹਨਾ, ਆਪਦਾ ਇਕੱਠ ਕਰਦੇ ਨੇ, ਆਪਦੀ ਮੀਟਿੰਗਾਂ ਕਰਦੇ ਨੇ। ਇਕਜੁੱਟਤਾ ਪੰਜਾਬ ਦੇ ਜਿਹੜਾ ਪੱਖ ਹੈ, ਪੰਜਾਬ ਦੇ ਕਿਸਾਨ ਲੀਡਰਾਂ 'ਚ ਨਿਕਲ ਕੇ ਨਹੀਂ ਆ ਰਹੀ ਜਾਂ ਇਕੱਠੇ ਨਹੀਂ ਲੱਗ ਰਹੇ। ਤੁਹਾਨੂੰ ਇਹ ਗੱਲ ਲੱਗਦੀ ਹੈ ਵੀ ਹਰ ਕੋਈ ਆਪਦਾ ਇਕੱਠ ਵੱਖਰਾ ਕਰਦਾ? ਨਹੀਂ, ਦੇਖੋ ਹਰੇਕ ਜਥੇਬੰਦੀ ਹੈ ਜਿਹੜੀ, ਉਹਦਾ ਆਪਣਾ ਇੱਕ ਜਥੇਬੰਦਿਕ ਢਾਂਚਾ ਹੁੰਦਾ ਤੇ ਉਹਨਾਂ ਨੇ ਆਪਣੇ ਜਥੇਬੰਦੀ ਦੇ ਢਾਂਚੇ ਦੇ ਅਨੁਸਾਰ ਹੀ ਚੱਲਣਾ ਹੁੰਦਾ। ਜਿਹੜਾ 32 ਕਿਸਾਨ ਜਥੇਬੰਦੀਆਂ ਦਾ ਜਿਹੜਾ ਇੱਕ ਅੱਜ ਤੱਕ ਨਹੀਂ ਸੀ ਹੋਇਆ, ਉਹ ਐਤਕੀ ਪਹਿਲੀ ਵਾਰ ਐਡਾ ਕਿਸਾਨ ਮੋਰਚੇ ਦੇ ਵਿੱਚ ਹੋਇਆ। ਤੇ ਉੱਥੇ ਜਿਹੜੇ ਉਹਨਾਂ ਦੀ ਮੀਟਿੰਗ ਹੁੰਦੀ ਆ, ਉੱਥੇ ਜਿਹੜੀ ਉਹਨਾਂ ਦੀ ਸਹਿਮਤੀ ਹੁੰਦੀ ਆ, ਉਹ ਫੈਸਲੇ ਉੱਥੇ ਲਏ ਜਾਂਦੇ ਆ। ਪਰ ਜੇ ਇੱਥੇ ਪੰਜਾਬ 'ਚ ਵੀ ਦੇਖਿਆ ਜਾਵੇ ਤਾਂ ਇਹ ਆਪਣੇ ਤੌਰ ਤੇ ਇੱਕ ਵੱਖਰੇ ਤੌਰ ਤੇ ਵੀ ਕੰਮ ਕਰਦੇ ਨੇ। ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਖਾਸ ਜਥੇਬੰਦੀ ਦਾ ਆਪਾਂ ਉਹ ਕਰੀਏ, ਪਰ ਕਿਸਾਨੀ ਮੋਰਚੇ ਦੇ, ਜਦੋਂ ਤੱਕ ਕਿਸਾਨੀ ਮੋਰਚਾ ਚੱਲਦਾ ਅਸੀਂ ਵੱਖ ਨਹੀਂ ਹੈਗੇ। 32 ਦੀਆਂ 32 ਜਥੇਬੰਦੀਆਂ ਆਪਣੇ ਪੰਜਾਬ ਦੇ ਵਿੱਚ ਇਕਜੁੱਟ ਨੇ ਤੇ ਇਕਜੁੱਟ ਹੋ ਕੇ ਹੀ ਚੱਲਣਗੀਆਂ। ਜਿਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈ, ਉਹ ਵੀ ਪਹਿਲਾਂ ਸਟੇਜਾਂ ਤੋਂ ਕਹਿੰਦੇ ਰਹੇ ਵੀ ਮੈਂ ਕਿਸਾਨ ਹਮਾਇਤੀਆਂ, ਹਜੇ ਵੀ ਕਹਿੰਦੇ ਆ, ਮੀਟਿੰਗ 'ਚ ਵੀ ਆਏ, ਬਹਿ ਕੇ ਗਏ, ਪਰ ਕਮਿਟਮੈਂਟ ਕੋਈ ਨਹੀਂ ਦੇ ਕੇ ਗਏ। ਹਾਲਾਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ, ਉਹਨਾਂ ਦਾ ਜਿਹੜਾ ਇਹ ਡਿਸੀਜਨ ਹੈ, ਕਿਵੇਂ ਲੱਗਦਾ ਤੁਹਾਨੂੰ? ਦੇਖੋ ਜੀ, ਜੇ ਉਹ ਕਿਸਾਨਾਂ ਦੇ ਪੁੱਤ ਨੇ ਤਾਂ ਕਿਸਾਨਾਂ ਦੇ ਨਾਲ ਖੜਨ, ਕਿਸਾਨ ਮੋਰਚੇ ਦੀ ਹਮਾਇਤ ਕਰਨ ਤੇ ਉੱਥੇ ਫੈਸਲਾ ਦੇ ਕੇ ਜਾਂਦੇ, ਕਿਉਂਕਿ ਪ੍ਰਧਾਨ ਦਾ ਉਹਦਾ ਬਹੁਤ ਵੱਡਾ ਹੁੰਦਾ ਜੀ, ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈਗੀ ਇੰਨੀ ਕਿ ਉਹ ਫੈਸਲਾ ਲੈ ਸਕਣ। ਜੇ ਉਹ ਕਿਸਾਨਾਂ ਦੇ ਪੁੱਤ ਨੇ ਤਾਂ ਫੈਸਲਾ ਦੇਣ ਕਿ ਅਸੀਂ ਕਿਸਾਨੀ ਮੋਰਚੇ ਦੇ ਫੈਸਲੇ ਦੇ ਨਾਲ। ਭਾਈ ਜੀ, ਤੁਸੀਂ ਵੀ ਖੜੇ ਹੋ, ਤੁਸੀਂ ਮੀਟਿੰਗ 'ਚ ਆਏ ਹੋ ਨੌਜਵਾਨਾਂ ਦੀ, ਤੁਹਾਡਾ ਕੀ, ਤੁਸੀਂ ਕਿਵੇਂ ਦੇਖਦੇ ਹੋ ਮੋਰਚੇ ਨੂੰ? ਮੋਰਚਾ ਕਿਵੇਂ ਚੱਲ ਰਿਹਾ ਹੈ? ਤੁਹਾਡੇ ਪੱਖੋਂ ਕੀ ਸੁਝਾਅ ਹੈ, ਕੀ ਇੰਪਰੂਵਮੈਂਟ ਹੋਣੀ ਚਾਹੀਦੀ?
ਦੇਖੋ ਜਿਹੜੀ ਇਹ ਮੀਟਿੰਗ ਸੱਦੀ ਅਸੀਂ ਨੇ ਰਲ ਮਿਲ ਕੇ ਸੱਦੀ ਹੈ ਸਾਰਿਆਂ ਨੇ, ਤੇ ਇਹਦੇ ਵਿੱਚ ਅਸੀਂ ਨੇ ਇਹੀ ਕਿਹਾ ਵੀ ਜਿਵੇਂ ਮੋਰਚੇ ਦੇ ਵਿੱਚ ਆਪਾਂ ਨੇ ਨੌਜਵਾਨ ਉੱਥੇ ਮੋਰਚੇ ਤੇ ਸਾਰਿਆਂ ਨੂੰ ਲੈ ਗਏ, ਟਰੈਕਟਰ ਟਰਾਲੀਆਂ ਮੋਰਚੇ ਦੇ ਵਿੱਚ ਨੌਜਵਾਨ ਸਭ ਤੋਂ ਅੱਗੇ ਸੀਗੇ, ਪਰ ਜਦ ਹੁਣ ਮੋਰਚੇ ਦੇ ਵਿੱਚ ਜਾਂਦੇ ਆ ਨਾ ਉੱਥੇ ਖਾਲੀ ਜਿਹਾ ਜਾਪਦਾ, ਉਹ ਖਾਲੀ ਇਦਾਂ ਵੀ ਜਿਵੇਂ ਸਾਡੇ ਬਜ਼ੁਰਗ ਰਹਿ ਗਏ ਉੱਥੇ। ਤੇ ਹੁਣ ਅਸੀਂ ਦੁਬਾਰਾ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਤੇ ਨੌਜਵਾਨਾਂ ਨੂੰ ਦੱਸ ਰਹੇ ਹਾਂ ਵੀ ਇਹ ਮੋਰਚਾ ਆਪਾਂ ਨੇ ਲਾਇਆ ਤੇ ਆਪਾਂ ਨੇ ਉੱਥੇ ਪਹਿਰਾ ਦੇਣਾ ਪੈਣਾ, ਤਾਂ ਆਪਾਂ ਮੋਰਚਾ ਜਿੱਤਾਂਗੇ। ਇਹ ਨਹੀਂ ਹੈਗਾ ਵੀ ਇੱਕ ਵਾਰ ਉੱਥੇ ਆਪਾਂ ਕਿੱਲ ਗੱਡਿਆ ਤੇ ਦੁਬਾਰਾ ਆਪਾਂ ਘਰ ਆ ਜਾਈਏ। ਲੱਗਦਾ ਵੀ ਤੁਹਾਡੇ ਜਿਵੇਂ ਤੁਸੀਂ ਨੌਜਵਾਨ, ਤੁਹਾਨੂੰ ਵੀ ਇਹ ਮਹਿਸੂਸ ਹੁੰਦਾ ਵੀ ਨੌਜਵਾਨ ਇੱਕ ਲੱਗ ਤਾਂ ਬਹੁਤ ਜ਼ਿਆਦਾ ਇੰਟਰਸਟ ਸ਼ੋਅ ਕਰ ਦਿੰਦੇ ਨੇ ਪੰਜਾਬ ਵਾਲੇ, ਖਾਸ ਕਰਕੇ ਇੱਕ ਚੀਜ਼ 'ਚ, ਫਿਰ ਉਸ ਤੋਂ ਡਿਸਇੰਟਰਸਟਿਡ ਹੋ ਜਾਂਦੇ ਨੇ ਵਾਪਸ ਆ ਕੇ, ਕੀ ਇਹ ਕਾਰਨ ਲੱਗ ਰਿਹਾ? ਦੇਖੋ ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਜਥੇਬੰਦਕ ਨਹੀਂ ਨਾ ਹੋਵਾਂਗੇ ਉਦੋਂ ਸਾਡੇ ਮਨ ਇਦਾਂ ਹੀ ਹੋਊਗਾ ਵੀ ਇੱਕਦਮ ਅਸੀਂ ਪਤਾ ਨਹੀਂ ਕੀ ਕਰ ਦਈਏ। ਜਦੋਂ ਅਸੀਂ ਜਥੇਬੰਦਕ ਹੋ ਕੇ ਚੱਲਾਂਗੇ ਨਾ ਤਾਂ ਅਸੀਂ ਬਹੁਤ ਸੰਜੀਦਗੀ ਨਾਲ ਚੱਲਾਂਗੇ, ਬਹੁਤ ਠਰਮੇ ਨਾਲ ਚੱਲਾਂਗੇ। ਹੁਣ ਕੀ ਹੁੰਦਾ, ਇੰਟਰਨੈਟ ਤੋਂ ਅਸੀਂ ਪੋਸਟਾਂ ਦੇਖ ਕੇ ਜਾਗਰੂਕ ਹੁੰਦੇ ਰਹੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਹੈਗਾ ਸਾਡੀ ਲੀਡਰਸ਼ਿਪ ਕੀ ਕਰ ਰਹੀ ਆ। ਹੁਣ ਅਸੀਂ ਇਹੀ ਸੋਚਿਆ ਵੀ ਸਾਡਾ ਜਿਹੜਾ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਕੀ ਹੋ ਰਿਹਾ ਹੈ ਤੇ ਬੱਤੀਆਂ ਦੀ ਮੀਟਿੰਗ ਦੇ ਵਿੱਚ ਕੀ ਚੱਲ ਰਿਹਾ, ਤੇ ਫਿਰ ਉਹ ਗੱਲਾਂ ਅਸੀਂ ਪੰਜਾਬ ਦੇ ਵਿੱਚ ਆਪਣੇ ਨੌਜਵਾਨਾਂ ਤੱਕ ਪਹੁੰਚਾਵਾਂਗੇ ਵੀ ਜਿਹੜਾ ਕੁਝ ਹੁਣ ਤੱਕ ਆਪਾਂ ਨੇ ਨੁਕਸਾਨ ਕਰਿਆ ਵੀ ਇੰਟਰਨੈਟ ਤੋਂ ਜਾਣਕਾਰੀ ਲੈ ਕੇ ਉਹ ਗਲਤ ਜਾਣਕਾਰੀਆਂ ਦੇ ਵਿੱਚ ਅਸੀਂ ਫਸੀਏ ਨਾ, ਤੇ ਉਹ ਇੱਕ ਕੜੀ ਜੁੜ ਜਾਵੇ ਸਾਡੀ ਪਿੰਡ ਤੋਂ ਲੈ ਕੇ ਸੰਯੁਕਤ ਮੋਰਚੇ ਤੱਕ। ਉਹਦੇ ਕਰਕੇ ਅਸੀਂ ਮੀਟਿੰਗ ਸੱਦੀ ਹੈ ਵੀ ਸਾਡਾ ਤਾਲਮੇਲ ਸਾਰਿਆਂ ਨਾਲ ਹੋਵੇ, ਇਹੋ ਜਿਹਾ ਨਾ ਹੋਵੇ ਜਿਵੇਂ ਪਹਿਲਾਂ ਨੌਜਵਾਨਾਂ ਪਰ ਧੱਬੇ ਲੱਗੇ ਨੇ, ਕੋਈ ਵੀ ਨੌਜਵਾਨਾਂ ਪਰ ਧੱਬਾ ਨਾ ਲੱਗੇ, ਤੇ ਨੌਜਵਾਨ ਜਿਵੇਂ ਵੀ ਲੀਡਰਸ਼ਿਪ ਕਹੂਗੀ ਉਵੇਂ ਚੱਲੀਏ, ਤਾਂ ਵੀ ਜੋ ਲੀਡਰਸ਼ਿਪ ਕੱਲ ਨੂੰ ਇਹ ਨਾ ਕਹੇ ਵੀ ਨੌਜਵਾਨ ਗਲਤ ਨੇ। ਹੁਣ ਲੀਡਰਸ਼ਿਪ ਦੇ ਨਾਲ ਚੱਲਾਂਗੇ ਜਿਵੇਂ ਵੀ ਇਹ ਕਹਿਣਗੇ ਜੀ। ਤੁਸੀਂ ਜਿਹੜੀਆਂ ਆਪਣੀ ਸਿਆਸੀ ਪਾਰਟੀਆਂ ਪੰਜਾਬ ਦੀਆਂ, ਉਹਨਾਂ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੇ ਕਿਹਾ ਗਿਆ ਵੀ ਰੋਕ ਲਾ ਦਿੱਤੀ ਗਈ ਹੈ ਇੱਕ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਹਜੇ ਰੈਲੀਆਂ ਨਾ ਕਰੋ, ਇਕੱਠ ਨਾ ਕਰੋ, ਟਕਰਾਰ ਹੁੰਦਾ ਪਿੰਡਾਂ ਜਾ ਕੇ, ਤੁਸੀਂ ਕੀ ਕਹਿਣਾ? ਦੇਖੋ ਸੰਯੁਕਤ ਮੋਰਚਾ ਇਹੀ ਗੱਲ ਕਹਿ ਰਿਹਾ ਵੀ ਦੇਖੋ ਪਿਛਲੇ 70 ਸਾਲਾਂ ਦੇ ਵਿੱਚ ਲੋਕ ਅੱਕੇ ਹੋਏ ਨੇ ਤੁਹਾਡੇ ਤੋਂ, ਇਹਨਾਂ ਦੇ ਅੰਦਰ ਅੱਗ ਆ, ਇੱਕ ਮੌਕਾ ਮਿਲਿਆ, ਉਹ ਅੱਗ ਕਿਸੇ ਵੀ ਰੂਪ ਦੇ ਵਿੱਚ ਬਾਹਰ ਆ ਸਕਦੀ ਆ। ਅਸੀਂ ਨਹੀਂ ਚਾਹੁੰਦੇ ਵੀ ਸਾਡਾ ਆਪਸੀ ਕੋਈ ਟਕਰਾਅ ਹੋਵੇ। ਅਸੀਂ ਅਕਾਲੀ ਤੇ ਕਾਂਗਰਸੀ ਜਿਹੜੇ ਸਾਡੇ ਭੈਣ ਭਾਈ ਨੇ ਪਿੰਡਾਂ ਦੇ ਵਿੱਚ, ਅਸੀਂ ਇੱਕ ਦੂਜੇ ਨੂੰ ਕੋਈ ਇਹੋ ਜਿਹਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਅਸੀਂ ਬਾਰ-ਬਾਰ ਲੀਡਰਸ਼ਿਪ ਨੂੰ ਵੀ ਇਹੀ ਕਹਿੰਦੇ ਆ ਵੀ ਕੋਈ ਚੰਗਾ ਪ੍ਰੋਗਰਾਮ ਦਵੋ ਵੀ ਜਿਹਦੇ ਵਿੱਚ ਅਸੀਂ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਤੁਸੀਂ ਇਹਨਾਂ ਨੂੰ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਨੂੰ ਕਹੋ ਵੀ ਤੁਸੀਂ ਰੈਲੀਆਂ ਬੰਦ ਕਰੋ। ਉਹਦੇ ਕਰਕੇ ਵੀ ਲੀਡਰਾਂ ਨੂੰ ਰੈਲੀਆਂ ਬੰਦ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਇੱਕ ਹਲਕੇ ਦੇ ਵਿੱਚ ਕਦੇ ਐਮਐਲਏ ਕੋਈ ਬਣਦਾ, ਕਦੇ ਕੋਈ ਬਣਦਾ। ਅਸੀਂ ਤਾਂ ਪਿੰਡਾਂ ਦੇ ਵਿੱਚ ਆਪਸ ਰਹਿਣਾ ਨਾ ਜੀ, ਤੇ ਇਹਨਾਂ ਦਾ ਕੀ ਚਲੇ ਜਾਣਾ, ਜਾਨੀ ਨੁਕਸਾਨ ਤਾਂ ਸਾਡਾ ਹੁੰਦਾ ਨਾ। ਤੇ ਅਸੀਂ ਇਹੀ ਕਿਹਾ ਵੀ ਭਾਈ ਇਹਨਾਂ ਨੂੰ ਕਹੋ ਵੀ ਤੁਸੀਂ ਰੈਲੀਆਂ ਬੰਦ ਕਰੋ। ਪਿਛਲੇ 5 ਸਾਲਾਂ ਦੇ ਵਿੱਚ ਤਾਂ ਇਹ ਪਿੰਡਾਂ ਦੇ ਵਿੱਚ ਦਿਖਦੇ ਨਹੀਂ, ਜਿਹੜਾ ਹੁਣ 4 ਮਹੀਨੇ ਨੇ ਤੇ ਇੱਥੇ ਆ ਕੇ ਇਹ ਗਾਹ ਪਾ ਦਿੰਦੇ ਨੇ, ਤੇ ਸਾਡਾ ਆਪਸੀ ਜਿੰਨਾ ਵੀ ਭਾਈਚਾਰਾ ਹੁੰਦਾ ਉਹਨੂੰ ਸਾਰਿਆਂ ਨੂੰ ਖਰਾਬ ਕਰਦੇ ਨੇ ਜੀ। ਜੇ ਪਾਰਟੀਆਂ ਨਹੀਂ ਹਟਦੀਆਂ, ਸਿਆਸੀ ਪਾਰਟੀਆਂ ਕਰਨ ਨਹੀਂ ਹਟਦੀਆਂ, ਆਵਾਜ਼ ਨਹੀਂ ਆਉਂਦੀਆਂ, ਜਾਂ ਕਹਿ ਲਓ ਜੋ ਉਹ ਕਹਿੰਦੇ ਸਾਡਾ ਵੀ ਹੱਕ ਹੈ, ਅਸੀਂ ਆਪਣੀ ਗੱਲਾਂ ਰੱਖਣੀਆਂ, ਲੋਕਾਂ 'ਚ ਜਾਣਾ ਹੈ, ਆਪਣੇ ਜਿਹੜੇ ਸਿਆਸੀ ਜਿਹੜੇ ਚੀਜ਼ਾਂ ਉਹ ਦੱਸਣੀਆਂ ਨੇ ਵੀ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਇਲੈਕਸ਼ਨ ਥੋੜੇ ਚਿਰ ਹੀ ਰਹਿ ਜਾਂਦਾ, ਫਿਰ ਤਾਂ ਐਂਡ 'ਚ ਤਾਂ ਬਹੁਤ ਜ਼ਿਆਦਾ ਕਾਲਾ ਮਾਲਾ ਹੋ ਜਾਂਦਾ। ਤੁਸੀਂ ਉਹਨਾਂ ਨੂੰ ਕੀ ਕਹੋਗੇ ਫਿਰ? ਅਸੀਂ ਉਹਨਾਂ ਨੂੰ ਇਹੀ ਕਹਾਂਗੇ ਵੀ ਫੇਰ ਤੁਸੀਂ ਜਿਹੜੀ ਤਾਂ ਹੁਣ ਤੱਕ ਕੰਮ ਕਰੇ ਨੇ ਉਹਨਾਂ ਦਾ ਤੁਹਾਨੂੰ ਨਤੀਜੇ ਭੁਗਤਣੇ ਪੈਣੇ ਨੇ, ਤੇ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਾਂਗੇ ਵੀ ਇਹਨਾਂ ਤੋਂ ਵੱਲੋਂ ਕੋਈ ਵੀ ਪਿੰਡ ਦੇ ਵਿੱਚ ਬੱਸ ਆਉਂਦੀ ਆ, ਇਹਨਾਂ ਦੀ ਬੱਸ ਦੇ ਵਿੱਚ ਕੋਈ ਵੀ ਨਾ ਬੈਠੇ ਕਿਸਾਨ, ਤੇ ਪਿੰਡਾਂ ਦੇ ਵਿੱਚ ਇਹ ਕੋਈ ਵੀ ਪ੍ਰੋਗਰਾਮ ਦਿੰਦੇ ਨੇ, ਇਹਨਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਨਾ ਭਰੋ, ਇਹ ਖਾਲੀ ਜਾਣ। ਤੇ ਆਪ ਹੱਥ ਦਾ ਸਾਡੇ ਆ ਨਾ, ਰੈਲੀਆਂ ਇਹ ਕਿੱਥੋਂ ਕਰ ਲੈਣਗੇ, ਪਰ ਸਾਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜਿਹੜਾ ਵੀ ਬੰਦਾ ਰੋਟੀ ਖਾਂਦਾ, ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਰਿਹਾ, ਇਹ ਰੋਟੀ ਦਾ ਮਸਲਾ ਬਣ ਗਿਆ। ਇਹ ਤੁਹਾਡਾ ਵੀ ਮਸਲਾ, ਇਹਨਾਂ ਦਾ ਵੀ ਮਸਲਾ, ਮੇਰਾ ਵੀ ਮਸਲਾ, ਇਹ ਸਭ ਦਾ ਮਸਲਾ। ਇਹਨਾਂ ਦਾ ਕਰੋ ਬਾਈਕਾਟ, ਜਦੋਂ ਚੋਣਾਂ ਆਉਣਗੀਆਂ, ਜਦੋਂ ਤਰੀਕਾਂ ਕਲੀਅਰ ਹੋਣਗੀਆਂ, ਉਦੋਂ ਕਰ ਲੈਣ ਪ੍ਰਚਾਰ ਜੀ। ਇਹਨਾਂ ਦੇ ਪਿੰਡਾਂ ਵਿੱਚ ਸੈੱਲ ਨੇ, ਜ਼ਿਲ੍ਹੇ ਦੇ ਵਿੱਚ ਸੈੱਲ ਨੇ, ਬਲਾਕ ਵਿੱਚ ਸੈੱਲ ਨੇ, ਕਰ ਸਕਦੇ ਨੇ ਜੀ ਪ੍ਰਚਾਰ। ਪਰ ਸਾਡੇ ਇਸ ਚੜ੍ਹਦੀ ਕਲਾ ਵਾਲੇ ਮੋਰਚੇ ਨੂੰ ਇਹ ਢਾਹ ਨਾ ਲਾਉਣ, ਸਾਨੂੰ ਆਪਸ ਦੇ ਵਿੱਚ ਨਾ ਪੜਨ ਅਕਾਲੀ ਕਾਂਗਰਸੀ ਕਹਿ ਕੇ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀ ਨਾਲ ਜੁੜਨ ਵਾਸਤੇ। ਤਾਂ ਤੁਸੀਂ ਸੁਣਿਆ, ਨੌਜਵਾਨਾਂ ਨੇ ਕਲੀਅਰ ਸਿੱਧੇ ਸ਼ਬਦਾਂ 'ਚ ਕਿਹਾ ਵੀ ਸਿਆਸੀ ਆਗੂਆਂ ਨੂੰ ਗੁਰੇਜ਼ ਕਰਨਾ ਚਾਹੀਦਾ ਸਿਆਸੀ ਰੈਲੀਆਂ ਤੋਂ, ਤਾਂ ਕਿ ਮੋਰਚਾ ਚੜ੍ਹਦੀ ਕਲਾ 'ਚ ਬਣਿਆ ਰਹੇ। ਜੇ ਉਹ ਆਉਂਦੇ ਆ ਫਿਰ ਵੀ ਕਰਦੇ ਆ ਰੈਲੀਆਂ, ਤਾਂ ਉਹਨਾਂ ਨੂੰ ਬਾਇਕਾਟ ਕੀਤਾ ਜਾਊਗਾ। ਪਿੰਡਾਂ ਜਾ ਕੇ ਹੋਕੇ ਦਿੱਤੇ ਜਾਣਗੇ ਵੀ ਸਿਆਸੀ ਰੈਲੀਆਂ 'ਚ ਨਾ ਜਾਇਆ ਜਾਵੇ। ਅੱਜ ਜਿਹੜੀ ਮੀਟਿੰਗ ਹੈ ਉੱਥੇ ਨੌਜਵਾਨਾਂ ਨੂੰ WTO ਬਾਰੇ, ਹੋਰ ਇੰਟਰਨੈਸ਼ਨਲ ਜਥੇਬੰਦੀਆਂ ਬਾਰੇ ਜਿਹੜੀਆਂ ਵਰਲਡ ਟ੍ਰੇਡ ਦਾ ਪਾਲਿਸੀਆਂ ਬਣਾਉਂਦੀਆਂ ਨੇ, ਤੈਅ ਕਰਦੀਆਂ ਨੇ ਵੀ ਕਿਸ ਹਿਸਾਬ ਨਾਲ ਵਰਲਡ ਟ੍ਰੇਡ ਚੱਲੂਗਾ, ਉਹਨਾਂ ਬਾਰੇ ਵੀ ਦੱਸਿਆ ਜਾ ਰਿਹਾ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਗੁਰਸ਼ਰਨ ਚੀਮਾ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।